ਮੰਨਣ ਵਾਲਾ ਸੀ। ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਨੂੰ ਕਿ ਸਾਨੂੰ ਜਪਜੀ ਸਾਹਿਬ ਦੀ ਜਿਹੜੀ ਹੈਗੀ ਵਿਆਖਿਆ ਕਰਕੇ ਦੱਸੋ। ਤੇ ਇਸ ਜਗ੍ਹਾ ਦੇ ਉੱਪਰ ਛੇਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ ਵਿਆਖਿਆ ਭਾਈ ਕਰਮਚੰਦ ਜੀ ਨੂੰ ਦੱਸੀ। ਇਹਦੇ ਬਾਰੇ ਕਾਫੀ ਲੰਬਾ ਵਿਖਿਆਨ ਜਿਹੜਾ ਆਪਣਾ ਸੂਰਜ ਪ੍ਰਕਾਸ਼ ਗ੍ਰੰਥ ਉਹਦੇ ਵਿੱਚ ਦਿੱਤਾ ਗਿਆ ਹੈ। ਤੇ ਇਸ ਤੋਂ ਬਾਅਦ ਇੱਥੇ ਨਾਲ ਗੁਰੂ ਸਾਹਿਬ ਦੇ ਸਨ ਹੋਰ ਸਿੱਖ ਵੀ ਸਨ ਜਿਨ੍ਹਾਂ ਨੇ ਕਿ ਬੇਨਤੀ ਕੀਤੀ ਕਿ ਇੱਥੋਂ ਨਨਕਾਣਾ ਸਾਹਿਬ ਵੀ ਨੇੜੇ ਹੈ। ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਪਹਿਲੇ ਪਾਤਸ਼ਾਹੀ ਦਾ ਜਨਮ ਸਥਾਨ ਦੇਖਣ ਨਨਕਾਣਾ ਸਾਹਿਬ, ਜਿਹੜਾ ਕਿ ਉਸ ਦਾ ਨਾਮ ਰਾਏ ਭੋਰੀ ਤਲਵੰਡੀ ਸੀ, ਉੱਥੇ ਵੀ ਗਏ। ਤੁਸੀਂ ਨਨਕਾਣਾ ਸਾਹਿਬ ਜੇ ਦੇਖੋ ਕਿ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਛੇਵੀਂ ਉਹ ਵੀ ਇੱਥੇ ਦੇ ਨਾਲ ਹਿਸਟਰੀ ਜੁੜਦੀ ਹੈ ਕਿ ਗੁਰੂ ਸਾਹਿਬ ਹਾਫਿਜ਼ਾਬਾਦ ਤੋਂ ਬਾਅਦ ਜਿਹੜਾ ਸੀ ਉੱਥੇ ਗਏ ਸੀ। ਇਸ ਵੇਲੇ ਆਪਾਂ ਹਾਫਿਜ਼ਾਬਾਦ ਦੇ ਬੜੇ ਇਤਿਹਾਸਿਕ ਮੁਕੱਦਸ ਜਗ੍ਹਾ 'ਤੇ ਖੜ੍ਹੇ ਹਾਂ, ਗੁਰਦੁਆਰਾ ਪਾਤਸ਼ਾਹੀ ਛੇਵੀਂ, ਜਿੱਥੇ ਗੁਰੂ ਸਾਹਿਬ ਨੇ ਕਸ਼ਮੀਰ ਯਾਤਰਾ ਤੋਂ ਵਾਪਸ ਆਉਂਦੇ ਹੋਇਆਂ ਜਿਹੜੇ ਸੀ ਭਾਈ ਕਰਮਚੰਦ ਜੀ ਦੇ ਕੋਲ ਸਟੇ ਕੀਤਾ ਸੀ। ਇਸ 'ਤੇ ਇਹ ਜਿਹੜੀ ਜਗ੍ਹਾ ਹੈਗੀ ਹੈ ਇਹਦੇ ਬਾਰੇ ਕਿਤਾਬ ਹੈਗੀ ਹੈ 1924 ਦੀ ਗੁਰਧਾਮ ਦੀਦਾਰ। ਉਹ ਗੁਰਧਾਮ ਦੀਦਾਰ ਇਸ ਜਗ੍ਹਾ ਦੇ ਬਾਰੇ ਕੀ ਲਿਖਦੀ ਹੈ ਕਿ ਇਸ ਜਗ੍ਹਾ ਦੇ ਨਾਲ ਸਿੱਖ ਟਾਈਮ ਦੇ ਵੇਲੇ ਤਕਰੀਬਨ 40 ਏਕੜ ਜ਼ਮੀਨ ਜਿਹੜੀ ਉਹ ਹਾਫਿਜ਼ਾਬਾਦ ਸ਼ਹਿਰ ਦੇ ਵਿੱਚ ਅਤੇ ਅਬਾਊਟ 28 ਏਕੜ ਜ਼ਮੀਨ ਜਿਹੜੀ ਸੀ ਉਹ ਪਿੰਡ ਬਟੇਰਾ ਦੇ ਵਿੱਚ ਜਿਹੜੀ ਨਾਲ ਲੱਗੀ ਹੋਈ ਸੀ। ਅਤੇ ਨਾਲ ਹੀ ਇਸ ਜਗ੍ਹਾ ਦੇ ਬਾਰੇ ਲਿਖਿਆ ਗਿਆ ਕਿ ਇਹਦੀ ਪਰਿਕਰਮਾ ਦੇ ਵਿੱਚ ਇੱਕ ਜੰਡ ਦਾ ਦਰਖਤ ਵੀ ਸੀ। ਹੁਣ ਮੈਨੂੰ ਪਤਾ ਨਹੀਂ ਜੰਡ ਦਾ ਦਰਖਤ ਐਕਚੁਅਲੀ ਹੈ ਕਿ ਨਹੀਂ ਹੈ। ਅਤੇ ਨਾਲ ਇਹ ਸੀ ਕਿ ਇੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਛੇਵੇਂ ਪਾਤਸ਼ਾਹ ਨੇ, ਜਿਹਦੇ ਕਰਕੇ ਉਹਨੂੰ ਕੀਲਾ ਸਾਹਿਬ ਵੀ ਕਿਹਾ ਗਿਆ। ਅਤੇ ਗੁਰੂ ਸਾਹਿਬ ਨੇ ਰੋੜੀਆਂ 'ਤੇ ਬੈਠੇ ਸੀ ਅਤੇ ਉਹਦਾ ਨਾਮ ਰੋੜੀ ਸਾਹਿਬ ਵੀ ਸੀ। ਅਤੇ ਕੁਦਰਤੀ ਇੱਥੇ ਹੁਣ ਕੰਸਟਰਕਸ਼ਨ ਚੱਲ ਰਹੀ, ਤਾਂ ਦੇਖੋ ਇੱਥੇ ਰੋੜੀ ਵੀ ਹੈਗੀ ਆ। ਮੈਂ ਆਪਣੇ ਸਾਧ ਸੰਗਤ ਨੂੰ ਦਿਖਾ ਦੇਵਾਂ ਕਿ ਮਾਡਰਨ ਇੱਥੇ ਕੋਈ ਕੰਸਟਰਕਸ਼ਨ ਪਿੱਛੇ ਜਿਹੜੇ ਹੈਗੇ ਰੂਮ ਉਹਨਾਂ ਦੀ ਰਿਪੇਅਰ ਵਗੈਰਾ ਚੱਲ ਰਹੀ ਹੈ। ਪਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਰੀਜ਼ਨੇਬਲੀ ਕਾਫੀ ਵਧੀਆ ਹੈਗੀ ਆ, ਕਿਉਂਕਿ ਸਿੱਖ ਸੰਗਤ ਇੱਥੇ ਨਹੀਂ ਹੈਗੀ। ਤਾਂ ਸਮੇਂ ਦੇ ਨਾਲ ਹੌਲੀ ਹੌਲੀ ਜਿਹੜਾ ਬਿਲਡਿੰਗ ਦਾ ਆਫ ਕੋਰਸ ਵੇਅਰ ਐਂਡ ਟੇਅਰ ਹੋ ਰਿਹਾ। ਤੁਸੀਂ ਧਿਆਨ ਨਾਲ ਦੇਖੋ, ਬਹੁਤ ਅਲੱਗ ਆਰਕੀਟੈਕਚਰ ਹੈਗਾ। ਉਹ ਜਿਹੜੇ ਸਾਹਮਣੇ ਤੁਹਾਨੂੰ ਦੋ ਨਜ਼ਰ ਆ ਰਹੇ ਨੇ, ਤੁਸੀਂ ਦੇਖੋ ਦੋ ਸਟੈਚੂਜ਼ ਬਣੇ ਹੋਏ ਨੇ ਉੱਪਰ ਜਾ ਕੇ। ਜੇ ਤੁਸੀਂ ਬਿਲਕੁਲ ਝਰੋਖਾ ਦੇ ਉੱਪਰ ਦੇਖੋ, ਝਰੋਖੇ ਦੀ ਟੌਪ ਸਾਈਡ 'ਤੇ, ਉਹ ਬੜੀ ਨਿਵੇਕਲੀ ਚੀਜ਼ ਹੈ। ਅਤੇ ਜਿਨ੍ਹਾਂ ਨੇ ਉਦੋਂ ਕੰਸਟਰਕਸ਼ਨ ਦੇ ਵਿੱਚ ਹੈਲਪ ਕੀਤੀ ਹੈ ਉਹਨਾਂ ਦੇ ਜਿਹੜੇ ਵਿੱਚ ਬਕਾਇਦਾ ਵਿੱਚ ਨਾਮ ਨੇ। ਇਹ ਜਗ੍ਹਾ ਇਸ ਵੇਲੇ ਇੱਥੇ ਇੱਕ ਲੋਕਲ ਪੀਰ ਜੀ ਨੇ ਲਾਲਾਂ ਵਾਲੀ ਸਰਕਾਰ ਕਰਕੇ ਉਹ ਜਿਹੜੇ ਹੈਗੇ ਇਸ ਜਗ੍ਹਾ ਨੂੰ ਫਿਲਹਾਲ ਯੂਟੀਲਾਈਜ਼ ਕਰਦੇ ਆ। ਹਾਫਿਜ਼ਾਬਾਦ ਦੇ ਇਲਾਕੇ ਦੇ ਵਿੱਚ ਕੋਈ ਸਿੱਖ ਸੰਗਤ ਨਹੀਂ ਹੈਗੀ, ਇਸ ਕਰਕੇ ਮੌਜੂਦਾ ਸਮੇਂ ਦੇ ਵਿੱਚ ਇਹ ਆਪਣੇ CIA ਸਟਾਫ ਦਾ ਇਹਨੂੰ ਐਜ਼ ਯੂਟੀਲਾਈਜ਼ ਵੀ ਕਰਦੇ ਬਿਲਡਿੰਗ ਨੂੰ। ਔਰ ਕੋਈ ਵੀ ਸਿੱਖ ਸੰਗਤ ਵਿਦੇਸ਼ਾਂ ਤੋਂ ਕਦੋਂ ਵੀ ਆਵੇ ਤਾਂ ਪੂਰੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੂੰ ਵੈਲਕਮ ਕਰਦੇ ਨੇ। ਅਤੇ ਔਰ ਅਸੀਂ ਆਪਣੇ ਵੱਲੋਂ ਵੀ ਉਹਨਾਂ ਦੇ ਪੂਰੇ ਇੱਥੇ ਸਟਾਫ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਦੋਂ ਵੀ ਕੋਈ ਸਿੱਖ ਟੂਰਿਸਟ ਆਉਂਦਾ ਹੈ ਅਤੇ ਉਹ ਬੜਾ ਵਾਰਮ ਹਾਰਟਡਲੀ ਉਹਨਾਂ ਦਾ ਵੈਲਕਮ ਕਰਦੇ ਨੇ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗੱਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਬਾ ਬਿਸਮਿਲ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ ਬਾਜ਼ਾਰ ਵੀ ਉਹੀ, ਮਿਕਨਾਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ 'ਚ ਖਾਸ ਕਿਉਂ ਹੈ? ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ 'ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ? ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਨੂੰ ਇਹ ਫਿਰ ਮਿਲਣੇ ਦੀ ਆਸ ਕਿਉਂ ਹੈ? ਸਾਡੇ ਪਿੰਡ ਦੀ
ਸੰਤੀ ਵਰਗਾ ਮੈਲਾ ਸੂਟ ਇਨਾਇਤਾਂ ਪਾਇਆ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ।